ਅੱਜ ਲੁਧਿਆਣਾ ਵਿਖੇ ਟ੍ਰੇਡ ਯੂਨੀਅਨਾਂ ਇਟਕ ਐਕਟ C2 ਅਤੇ CTU ਨੇ ਪੰਜਾਬੀ ਭਵਨ ਤੋਂ ਲੈ ਕੇ ਮਿਨੀ 77 ਤੱਕ ਰੋਸ ਪ੍ਰਦਰਸ਼ਨ ਕੀਤਾ। ਫਾਇਰ ਨਿਊਜ਼ ਵੱਲੋਂ ਟਿੰਕਾ ਦੀ ਰਿਪੋर्ट। ਚਾਹੇ ਸਾਰੀ ਦੁਨੀਆ ਮੁੱਕ ਜਾਵੇ ਪਰ ਮਜ਼ਦੂਰ ਜਮਾਤ ਕਦੇ ਮੁੱਕਦੀ ਨਹੀਂ ਹੁੰਦੀ। ਐਵੇਂ ਭਰਵੇਂ ਸਾਡੇ ਕਾਤਲਾਂ ਨੂੰ ਅਸੀਂ ਹੋਵਾਂਗੇ ਦੋ ਪੱਟੀ ਵਿਛੜੋ, ਉਹਨਾਂ ਨੂੰ ਅਸੀਂ ਬਾਹਰ ਬੁਲਾਵਾਂਗੇ ਤੇ ਅਸੀਂ ਇੱਥੋਂ ਮਾਰਚ ਕਰਕੇ ਜਿਹੜਾ ਹੈਗਾ ਬਾਹਰ ਜਾਣਾ। ਐਡ ਦੇ ਵਿੱਚ ਇਹਨਾਂ ਨੇ ਸਪੀਡ ਆ ਜਿਹੜੀ ਲੇਬਰ ਕਾਨੂੰਨ ਬਦਲਦੀ ਤੇਜ਼ ਕਰਤੀ। ਇਹਨਾਂ ਸਹੁੰ ਖਾਧੀ ਆ ਜਦੋਂ ਦੇ ਆਏ ਆ, ਪਹਿਲਾਂ ਤੋਂ ਹੀ ਲੇਬਰ ਕਾਨੂੰਨਾਂ ਇਹੋ ਜਿਹੀਆਂ ਗੱਲਾਂ ਵੀ ਕਰਦੇ ਨੇ। ਕਹਿੰਦੇ ਪੈਨਸ਼ਨ ਹੈ ਹੀ ਕਾਹਦੀ ਆ, ਜਿੰਨਾ ਚਿਰ ਕੰਮ ਕੀਤਾ ਤਨਖਾਹ ਦੇਤੀ, ਹੁਣ ਤਾਂ ਇਹਨਾਂ ਨੂੰ ਪੈਨਸ਼ਨ ਦੇਣ ਦੀ ਲੋੜ ਨਹੀਂ। ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸਾਥੀ ਗੁਰਮੇਲ ਮੈਟਰ ਪ੍ਰਧਾਨਗੀ ਮੰਡਲ ਉੱਤੇ ਆਪਣੇ ਉਹਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਦਿੱਤੀ ਆ। ਇਸ ਤੋਂ ਪਹਿਲਾਂ ਵੀ ਤੁਸੀਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਜੋ ਕਰ ਰਹੀ, ਕਹਿਣਾ ਚਾਹੁੰਦਾ ਸਾਰੀ ਕਮੇਟੀ ਨੂੰ, ਸਾਡੀ ਨੂੰ ਇਹ ਵੀ ਵਾਕਫ ਨੇ ਇਹਨਾਂ ਮੰਗਾਂ ਤੋਂ। ਆਸ਼ਾ ਵਰਕਰ ਨੂੰ ਦਿੰਦਾ ਹੀ ਕੁਛ ਨਹੀਂ, ਜਿਹੜਾ ਕੋਈ ਕਰੋਨਾ ਦੇ ਵਿੱਚ ਦਿੱਤਾ ਸੀ। ਸੁਣਨ ਨੂੰ ਆ ਰਹੀਆਂ, ਕੋਈ ਕਹਿੰਦਾ ਮਹਿੰਗਾਈ ਭੱਤਾ ਹੁਣ ਬੰਦ ਕਰਤਾ, ਕੋਈ ਕਹਿ ਰਿਹਾ ਪੇ ਕਮਿਸ਼ਨ ਨੂੰ ਲੋੜ ਹੀ ਨਹੀਂ, ਜਿਹੜਾ ਕੋਈ ਲੈ ਰਹੇ ਹੋ ਇਹਦੇ 'ਚ ਗੁਜ਼ਾਰਾ ਕਰੋ, ਤੇ ਕਈ ਕਹਿੰਦੇ ਫਾਈਨੈਂਸ਼ੀਅਲ ਐਮਰਜੈਂਸੀ ਲਾ ਕੇ ਕੋਈ ਖਰਾਤ ਨਹੀਂ ਹੈ। ਇਹ ਜਿਹੜੀ ਸਰਕਾਰ ਆ ਇਹ ਲਗਾਤਾਰ ਜਿਹੜੀ ਆ 2020 ਦੀ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਮਤਬਤ ਪਏ ਹੋਏ ਵੱਖ-ਵੱਖ ਵੱਡੇ ਆ ਵੀ ਜੇ ਆਪਾਂ ਇੱਕ ਨਾ ਹੋਏ, ਜੇ ਅਸੀਂ ਇੱਕ ਨਾ ਹੋਏ, ਉਸ ਪਾਸੇ ਨੂੰ ਕਦਮ ਨਾ ਵਧਾਏ, ਯਕਦਮ ਨਹੀਂ ਹੋ ਜਾਣਾ। ਸੰਘਰਸ਼ ਹੈ ਜੋ ਹੋਣਾ ਆ। ਅੱਜ ਦਾ ਜਿਹੜਾ ਸਾਡਾ ਪ੍ਰੋਟੈਸਟ ਹੈ ਇਹ ਦੇਸ਼ ਵਿਆਪੀ ਹੈ, ਪੂਰੇ ਦੇਸ਼ ਦੇ ਅੰਦਰ ਹੋ ਰਿਹਾ ਹੈ। ਅੱਜ ਦੇ ਸਾਡਾ ਜਿਹੜਾ ਸਲੋਗਨ ਹੈ, ਜਿਹੜਾ ਸਾਡਾ ਨਾਅਰਾ ਹੈ, ਉਹ ਭਾਰਤ ਬਚਾਓ ਦਿਵਸ ਹੈ। ਇਹ ਭਾਰਤ ਬਚਾਓ ਦਿਵਸ ਇਸ ਕਰਕੇ ਅਸੀਂ ਤਾਂ ਰੱਖਿਆ ਕਿਉਂਕਿ 1942 ਦੇ ਵਿੱਚ ਜਦੋਂ ਇੱਥੇ ਅੰਗਰੇਜ਼ਾਂ ਦੀ ਸਰਕਾਰ ਸੀ, ਉਦੋਂ 9 ਅਗਸਤ ਨੂੰ ਭਾਰਤ ਛੋਡੋ ਅੰਦੋਲਨ ਚਲਾਇਆ ਗਿਆ ਸੀ, ਜਿਹਦੇ 'ਚ ਅੰਗਰੇਜ਼ਾਂ ਨੂੰ ਕਿਹਾ ਸੀ ਅੰਗਰੇਜ਼ੋ ਭਾਰਤ ਛੱਡੋ। ਤੇ 5 ਸਾਲਾਂ ਬਾਅਦ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋ ਗਿਆ ਸੀ। ਅੱਜ ਅਸੀਂ ਭਾਰਤ ਬਚਾਓ ਦਿਵਸ ਇਸ ਕਰਕੇ ਜਿਹੜਾ ਹੈਗਾ ਅੱਜ ਪ੍ਰੋਟੈਸਟ ਕਰ ਰਹੇ ਹਾਂ ਪੂਰੇ ਹਿੰਦੁਸਤਾਨ 'ਚ ਕਿ ਮੋਦੀ ਦੀ ਅਗਵਾਈ ਵਾਲੀ ਸਰਕਾਰ ਹਿੰਦੁਸਤਾਨ ਦੇ ਅੰਦਰ ਲੋਕ ਵਿਰੋਧੀ ਤੇ ਦੇਸ਼ ਵਿਰੋਧੀ ਨੀਤੀਆਂ ਅਪਣਾ ਰਹੀ ਹੈ ਤੇ ਕਾਰਪੋਰੇਟ ਪੱਖੀ ਨੀਤੀਆਂ ਅਪਣਾ ਰਹੀ ਹੈ। ਅੱਜ ਕੀ ਕਾਰਨ ਹੈ? ਜਿੱਥੇ ਮਜ਼ਦੂਰ ਦੀ ਜੇਬ ਖਾਲੀ ਹੋ ਰਹੀ ਹੈ, ਇੱਕ ਮੁਲਾਜ਼ਮ ਦੀ ਜੇਬ ਖਾਲੀ ਹੋ ਰਹੀ ਹੈ, ਇੱਕ ਕਿਸਾਨ ਜਿਹੜਾ ਹੈਗਾ ਉਹਦੀ ਜੇਬ ਖਾਲੀ ਹੋ ਰਹੀ ਹੈ, ਇੱਕ ਛੋਟਾ ਦੁਕਾਨਦਾਰ ਤੇ ਛੋਟਾ ਕਾਰਖਾਨੇਦਾਰ ਉਹਦਾ ਕੰਮ ਨਹੀਂ ਚੱਲ ਰਿਹਾ, ਉਹਦੀ ਜੇਬ ਖਾਲੀ ਹੋ ਰਹੀ ਹੈ। ਦੂਜੇ ਪਾਸੇ ਅਬਾਨੀ ਜਿਹੜਾ ਹੈਗਾ ਦੁਨੀਆ ਦੇ ਅਮੀਰਾਂ ਦੀ ਲਿਸਟ 'ਚ 6ਵੇਂ ਨੰਬਰ ਤੇ ਪਹੁੰਚ ਜਾਂਦਾ। ਇਹ ਕਾਰਨ ਇਹੀ ਹੈ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਨਾਲ ਸਾਰਾ ਪੈਸਾ ਜਿਹੜਾ ਧਨ ਦੌਲਤ ਹੈ ਉਹ ਕਾਰਪੋਰੇਟ ਪੱਖੀ ਨੀਤੀਆਂ ਦੇ ਨਾਲ ਉਹਨਾਂ ਕੋਲ ਪਹੁੰਚ ਰਿਹਾ। ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਦੁਕਾਨਦਾਰਾਂ ਤੇ ਛੋਟੇ ਕਾਰਖਾਨੇਦਾਰਾਂ ਦੀ ਜੇਬ 'ਚੋਂ ਪੈਸਾ ਨਿਕਲ ਰਿਹਾ। ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ 1% ਲੋਕਾਂ ਕੋਲ ਇੰਨਾ ਪੈਸਾ ਇਕੱਠਾ ਹੋ ਗਿਆ ਜਿੰਨਾ ਕਿ 70% ਕੋਲੇ ਪੈਸਾ ਉਹਦਾ 4 ਗੁਣਾ ਵੱਧ, 4 ਗੁਣਾ ਜਿਹੜਾ ਹੈਗਾ 1% ਲੋਕਾਂ ਕੋਲ ਪੈਸਾ ਇਕੱਠਾ ਹੋ ਗਿਆ। ਤੇ ਅੱਜ ਹਿੰਦੁਸਤਾਨ 'ਚ 953 ਪਰਿਵਾਰ ਐਸੇ ਨੇ ਜਿਨ੍ਹਾਂ ਕੋਲੇ 52 ਲੱਖ ਕਰੋੜ ਤੋਂ ਵੱਧ ਪੈਸਾ ਇਕੱਠਾ ਹੋਇਆ। ਇਹ ਲਗਾਤਾਰ ਇਹਨਾਂ ਨੀਤੀਆਂ ਕਰਕੇ, ਇਸ ਕਰਕੇ ਇਹਨਾਂ ਨੀਤੀਆਂ ਦਾ ਅਸੀਂ ਵਿਰੋਧ ਕਰ ਰਹੇ ਹਾਂ। ਕਿੰਨੀਆਂ ਟ੍ਰੇਡ ਯੂਨੀਅਨ ਦੀ ਸਾਂਝੀ ਧਰਨਾ ਦੇ ਰਹੀਆਂ, ਕਿਹੜੀ-ਕਿਹੜੀਆਂ ਦੇ ਯੂਨੀਅਨ ਸ਼ਾਮਲ ਹੈ? ਹਿੰਦੁਸਤਾਨ ਦੇ ਅੰਦਰ 10 ਸੈਂਟਰਲ ਟ੍ਰੇਡ ਯੂਨੀਅਨਾਂ ਨੇ ਜਿਨ੍ਹਾਂ ਵੱਲੋਂ ਇਹ ਕਾਲ ਦਿੱਤੀ ਗਈ ਹੈ। ਉਹਦੇ ਵਿੱਚੋਂ ਲੁਧਿਆਣੇ ਦੇ ਵਿੱਚ ਅਸੀਂ 5 ਟ੍ਰੇਡ ਯੂਨੀਅਨਾਂ ਹੈਗੀਆਂ ਜਿਹੜੀਆਂ ਸਾਂਝੇ ਤੌਰ ਦੇ ਉੱਤੇ ਐਕਸ਼ਨ ਕਰ ਰਹੀਆਂ। ਇਸ ਤੋਂ ਇਲਾਵਾ ਅੱਜ 250 ਕਿਸਾਨ ਜਥੇਬੰਦੀਆਂ ਹਿੰਦੁਸਤਾਨ ਪੱਧਰ ਦੀਆਂ ਜਿਹੜੀਆਂ ਨੇ, ਜਿਨ੍ਹਾਂ 'ਚੋਂ 13 ਪੰਜਾਬ ਦੇ ਵਿੱਚ ਨੇ, ਉਹ ਵੀ ਅੱਜ ਜਿਹੜੀਆਂ ਇਕੱਠੀਆਂ ਹੋ ਕੇ ਜਗ੍ਹਾ ਦੇ ਉੱਤੇ ਰਾਏਕੋਟ, ਮੁੱਲਾਂਪੁਰ, ਸਮਰਾਲਾ, ਖੰਨਾ, ਪਾਇਲ, ਉੱਥੇ ਸਾਰੇ ਇਕੱਠੇ ਹੋ ਕੇ ਆਪਦੇ ਜਿਹੜੇ ਹੈਗੇ ਨੇ ਚੇਤਾਵਨੀ ਪੱਤਰ ਇੱਥੋਂ ਦੇ ਚੁਣੇ ਹੋਏ MLA ਤੇ MPਆਂ ਨੂੰ ਦੇ ਰਹੇ ਨੇ ਕਿ ਜਾਂ ਤਾਂ ਸਾਡੇ ਨਾਲ ਖੜੋ ਜਾਂ ਤੁਸੀਂ ਮੋਦੀ ਸਰਕਾਰ ਦੀਆਂ ਨੀਤੀਆਂ ਨਾਲ ਖੜੋ। ਇਹ ਤੁਹਾਨੂੰ ਫੈਸਲਾ ਕਰਨਾ ਪਊ। ਇਹ ਇਸ ਕਰਕੇ ਅਸੀਂ ਅੱਜ ਦਿਨ ਮਨਾ ਰਹੇ ਹਾਂ। प्रोटेस्ट कर रहे हो क्या है? जो आप प्रोटेस्ट कर रहे हो क्या कराना, क्यों कर रहे हो? सर, पूरे देश के अंदर में अफरा तफरी के माहौल है। आज हमारे देश जो है कोरोना वायरस के संकट से गुजर रहा है और सरकार को सोचना है कि हम देशवासी को किस तरह के रखें। आज पूरे देश का ग्रोथ ख़त्म हो गया, देश का बेड़ा गर्क कर दिया बीजेपी सरकार ने। पहले भी बीजेपी सरकार आई थी, माननीय अटल बिहारी जी की शासन थी, वो बहुत अच्छा देश चलाए और आज पूरा देश उनको याद कर रहे हैं। उनके नाम पर
उन्होंने बीजेपी को जन्म दिया। आज जितने भी बुजुर्ग लोग हैं जो सही देश चला सकते हैं उन लोगों को साइड कर दिया मोदी जी, डिक्टेटरशिप चला रहे हैं और पूरा देश के अंदर में अफरा तफरी का माहौल पैदा कर दिया। देश की जनता किस हालात में है वो कभी जानने की कोशिश नहीं किया, सिर्फ जो है मन की बात से पेट नहीं भरता किसी गरीब को। आज जो है पूरा देश के अंदर में जो है मजदूरों का जो हक है वो छीना जा रहा है और कहते हैं कि लेबर एक्ट की ज़रूरत नहीं है। अरे लेबर एक्ट की ज़रूरत क्यों नहीं है? कांग्रेस पार्टी की सरकार ने लेबर एक्ट बनाया, आज तक उन्होंने कभी नहीं कम किया, उसमें ग्रोथ किया, बढ़ाया। आज आप उसको डायरेक्ट कहते हो कि लेबर एक्ट की ज़रूरत नहीं है। अगर लेबर एक्ट की ज़रूरत नहीं है तो जो आप बोलते हो कि 70 साल तक देश को राज किया है तो उन्होंने जब बनाया तो आप पहले तो कभी विरोध नहीं किया। आज जो है सरकार में आने के बाद ये देश को बर्बाद करना चाहते हैं, किसी भी तरीके से देश को ख़त्म करना चाहते हैं, ये देश को गुलाम बनाना चाहते हैं। आज कौन कौन सी ट्रेड यूनियन आई और आपका क्या टोटल ट्रेड यूनियन है। मैं राष्ट्रीय मजदूर कांग्रेस इंटर का सेक्रेटरी हूँ, पंजाब स्टेट का, फिरोज मास्टर नाम है मेरा। और यहाँ तमाम 8 ट्रेड यूनियन यहाँ इकट्ठे हुए हैं। C2 हुआ है, एटक हुआ है, इंटक हुआ है, जितने भी लाल झंडे के नीचे ट्रेड यूनियन है सभी इकट्ठे हुए। क्या मांग करते हो आप? बस हम ये मांग करते हैं कि जो देश का हालात अभी ख़राब है उसको सुधारा जाए। आप देश के प्रधानमंत्री हैं, आप देश को सुधारिए, देश को बर्बाद नहीं कीजिए। ये देश को बर्बाद कर रहे हैं, देश का ग्रोथ को ख़त्म कर रहे हैं। तो इसलिए मैं चाहता हूँ या तो आप देश को बढ़िया ढंग से चलाइए, नहीं तो आप गद्दी छोड़िए। जो देश चलाना जानते हैं उसको रखिए। ये जो है ना सरकार इस तरीके से देश चला रहे हैं जो कुछ समझ में नहीं आता सर।